पेरेंट्स ग्रैंड पेरेंट्स कैटेगरी ਦੇ ਉੱਤੇ ਫਿਰ ਰੋਕ ਲੱਗ ਗਈ ਹੈ ਜੀ। ਬੜੀ ਅਜੀਬ ਜੀ ਗੱਲ ਆ ਵੀ ਉਹਨਾਂ ਨੇ ਰਿਡਕਸ਼ਨ ਕਿਉਂ ਨਹੀਂ ਕੀਤੀ ਵੀ ਠੀਕ ਹੈ ਤੁਸੀਂ 15,000 ਨਾ ਲਾਓ ਤੁਸੀਂ 4,000 ਲੈ ਲਓ ਲਾਈਕ ਸੋ ਅਗੇਨ ਨੋ ਰਿਡਕਸ਼ਨ ਜਿਨ੍ਹਾਂ ਦੇ ਮਾਪੇ ਪੰਜਾਬ ਪੁਲਿਸ ਚ ਇੰਡੀਅਨ ਆਰਮੀ ਦੇ ਵਿੱਚ ਉਹਨਾਂ ਕੋਲੇ ਕੋਈ ਨਾ ਕੋਈ ਤਜਰਬਾ ਹੈਗਾ ਉਹਨਾਂ ਦੀ ਐਪਲੀਕੇਸ਼ਨਸ ਉੱਤੇ ਰੋਕ ਲਾਈ ਜਾਂਦੀ ਹੈ ਤੇ ਸਿਕਿਉਰਿਟੀ ਕੰਸਰਨਸ ਮੈਂਸ਼ਨ ਕਰ ਰਿਹਾ ਸੋ ਸਾਡੇ ਨਿਰਾਸ਼ਾ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਸ ਪ੍ਰੋਗਰਾਮ ਦੇ ਵਿੱਚ ਨਿਰਾਸ਼ਾ ਤੇ ਡਿਸਅਪੁਆਇੰਟਮੈਂਟ ਤੇ ਇੱਕ ਹੋਰ ਜਿਹੜਾ ਸਟਾਰਟਅਪ ਵੀਜ਼ਾ ਸੀ ਉਹ ਵੀ ਰੋਕ ਦਿੱਤਾ ਗਿਆ ਜੀ। ਸਰਕਾਰ ਚਾਹੁੰਦੀ ਨਹੀਂ ਵੀ ਲੋਕ ਆਉਣ ਤੇ ਇੱਥੇ ਆ ਕੇ ਇਨਵੈਸਟ ਕਰਨ। ਇਨਵੈਸਟਮੈਂਟ ਵੀਜ਼ਾ ਕੈਨੇਡਾ ਕਦੇ ਇਨਵੈਸਟਮੈਂਟ ਵੀਜ਼ਾ ਪ੍ਰੋਪਰਲੀ ਨਹੀਂ ਕਰ ਸਕਿਆ ਕਦੇ ਵੀ ਨਹੀਂ। IRCC ਦਾ ਕਹਿਣਾ ਜੀ ਕਿ 2026 ਤੋਂ 28 ਤੱਕ ਦਾ ਜਿਹੜਾ ਇਮੀਗ੍ਰੇਸ਼ਨ ਲੈਵਲਸ ਹੈਗੇ ਆ ਉਹ ਪਲਾਨ ਕਰ ਰਹੇ ਨੇ ਤਾਂ ਕਿ ਅਸੀਂ ਬੈਸਟ ਟੈਲੈਂਟ ਇਨ ਦਾ ਵਰਲਡ ਅਟਰੈਕਟ ਕਰ ਸਕੀਏ। ਕਿਹਨਾਂ ਲੋਕਾਂ ਨੂੰ ਇਹ ਲੱਭ ਰਹੇ ਨੇ ਇੱਥੇ ਲਿਆਉਣ ਵਾਸਤੇ? ਵੈਲ ਜੋ ਕੁਝ ਉਹ ਕਹਿ ਰਹੇ ਆ ਉਹ ਰੀਅਲੀ ਉਹ ਹਕੀਕਤ ਵਿੱਚ ਤਾਂ ਨਹੀਂ ਨਜ਼ਰ ਆ ਰਹੀ। ਹੁਣ ਜੇ ਆਪਾਂ ਦੇਖਦੇ ਹਾਂ ਵੀ ਅੱਜ ਕੱਲ੍ਹ ਕੌਣ ਆ ਰਿਹਾ ਹੈ ਮੇਰੇ ਖਿਆਲ ਦੇ ਵਿੱਚ ਫ੍ਰੈਂਚ ਸਪੀਕਿੰਗ ਜਿਹੜਾ ਐਮਫੈਸਿਸ ਹੈਗਾ ਇਜ਼ ਅ ਇਨਫੋਰਮਲ ਕੰਟਰੀ ਕੈਪ ਵੀ ਪਹਿਲਾਂ ਨਹੀਂ ਤੁਹਾਨੂੰ ਇਹ ਖਬਰ ਆਈ ਪਹਿਲਾਂ ਵੀ ਇਹ ਤੁਹਾਡੇ ਜ਼ਿਹਨ ਦੇ ਵਿੱਚ ਨਹੀਂ ਆਈ ਵੀ ਆਪਾਂ ਫ੍ਰੈਂਚ ਜਾਂ ਫ੍ਰੈਂਕੋਫੋਨ ਵਧਾਉਣਾ ਚਾਹੀਦਾ ਆਊਟਸਾਈਡ ਆਫ ਕੁਬੈਕ। ਸੋ ਜਿਹੜਾ TR to PR ਦੀ ਨਵੀਂ ਇੱਕ ਕੱਲ ਇਨਫੋਰਮੇਸ਼ਨ ਆ ਰਹੀ ਹੈ ਜੀ ਕਿ 33,000 ਲੈਣਗੇ H1B ਵੀਜ਼ਾ US ਤੋਂ ਲਿਆਉਣਗੇ ਉਹਨਾਂ ਵਾਸਤੇ ਕਿੰਨਾ ਕੁ ਸੌਖਾ ਹੈ ਜੀ ਇਹ ਕੀਤਾ ਜਾ ਰਿਹਾ ਕਿੰਨਾ ਕੁ ਵਾਇਬਲ ਹੈ ਪਲਾਨ? ਅਗੇਨ ਜੋ ਵੀ TR to PR ਪਾਥਵੇ ਆਪਾਂ ਪਹਿਲਾਂ ਦੇਖਿਆ ਸੀਗਾ ਅੰਡਰ ਕੋਵਿਡ ਰਜੀਮ ਉਵੇਂ ਤਾਂ ਨਹੀਂ ਹੋਊਗਾ ਵੀ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਸੀ ਉਹਨਾਂ ਨੇ ਰਿਫਿਊਜੀ ਕੇਸ ਲਾ ਦਿੱਤਾ ਸੀ। ਜਿਹੜੇ 33,000 ਇਹ ਕਹਿ ਰਹੇ ਆ ਉਹਨਾਂ ਵਿੱਚ ਉਹਨਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਜਿਹੜੇ ਰਿਫਿਊਜੀ ਬਣ ਗਏ ਤੇ ਉਹਨਾਂ ਦਾ ਪ੍ਰੋਸੈਸਿੰਗ ਟਾਈਮਸ ਕਾਫੀ ਲੰਬਾ ਉਹ ਕਹਿ ਰਹੇ ਵੀ ਆਪਾਂ ਉਹਨਾਂ ਦਾ ਹੁਣ ਆਪਾਂ ਇਨਕਲੂਡ ਕਰਾਂਗੇ ਅਗਲੇ 2 ਸਾਲਾਂ ਦੇ ਵਿੱਚ। ਸੋ ਵਾਟ ਕੈਨ ਵੀ ਐਕਸਪੈਕਟ 2026 ਵਿੱਚ ਕੀ ਹੋਏਗਾ? ਫਿਲਹਾਲ 2026 ਇਹ ਮੁਸ਼ਕਿਲ ਘੜੀ ਆ ਕਾਫੀ ਲੋਕਾਂ ਵਾਸਤੇ। ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਸਾਡੀ ਗੱਲਬਾਤ ਹੋਏਗੀ ਜੀ ਜਿਵੇਂ ਕਿ ਮੈਂ ਬੇਨਤੀ ਕੀਤੀ ਸੀ ਆਪ ਜੀ ਨੂੰ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਵਕੀਲ ਐਡਵੋਕੇਟ ਰਾਜ ਸ਼ਰਮਾ ਜੀ KC ਉਹਨਾਂ ਦੇ ਨਾਲ ਅੱਜ ਦੀ ਸਾਡੀ ਗੱਲਬਾਤ ਹੋਏਗੀ। ਇਮੀਗ੍ਰੇਸ਼ਨ ਦੇ ਮਸਲਿਆਂ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਸਾਡੀਆਂ ਸਰਕਾਰ ਦੀਆਂ ਪਾਲਿਸੀਜ਼ ਨੇ ਉਸ ਨੂੰ ਲੈ ਕੇ ਕਾਫੀ ਤਬਦੀਲੀਆਂ ਲਗਾਤਾਰ ਜਾਰੀ ਨੇ ਪਿਛਲੇ ਸਾਲ ਤੋਂ ਤੇ ਹੁਣ ਨਵੇਂ ਸਿਸਟਮ ਦੇ ਵਿੱਚ ਕੀ ਕੁਝ ਆ ਰਿਹਾ ਹੈ ਇਸ ਦੇ ਬਾਰੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਰਾਜ ਜੀ ਸਾਡੇ ਨਾਲ ਸ਼ਾਮਲ ਨੇ। ਰਾਜ ਜੀ ਵੈਰੀ ਗੁੱਡ ਮਾਰਨਿੰਗ, ਵੈਲਕਮ ਸਰ। ਗੁੱਡ ਮਾਰਨਿੰਗ ਨਾਗਰ ਸਾਹਿਬ। ਰਾਜ ਜੀ ਇਸ ਵੇਲੇ ਸਾਡੀ ਸਰਕਾਰ ਕਾਫੀ ਕੁਝ ਫੇਰ ਤਬਦੀਲੀਆਂ ਲਗਾਤਾਰ ਕੰਟੀਨਿਊ ਕਰ ਰਹੀ ਹੈ। ਪੇਰੈਂਟਸ ਗ੍ਰੈਂਡ ਪੇਰੈਂਟਸ ਕੈਟੇਗਰੀ ਦੇ ਉੱਤੇ ਫੇਰ ਰੋਕ ਲੱਗ ਗਈ ਹੈ ਜੀ। ਹਾਂਜੀ ਪੇਰੈਂਟ ਗ੍ਰੈਂਡ ਪੇਰੈਂਟ ਸੌਰਤ ਨੂੰ ਤਾਂ ਪਤਾ ਹੀ ਹੋਊਗਾ ਵੀ ਉਹਨਾਂ ਨੇ ਇਨਟੇਕ ਲਈ ਸੀਗੀ 2020 ਦੇ ਵਿੱਚ। 2020 ਤੋਂ ਬਾਅਦ ਉਹ ਉਹਨਾਂ ਦਾ ਪੂਲ ਬਣ ਗਿਆ ਸੀਗਾ। ਉਹ ਪੂਲ ਬਣ ਗਿਆ ਕਰੀਬ ਆਈ ਥਿੰਕ 2 ਲੱਖ ਉਸ ਟਾਈਮ ਤੇ ਟੋਟਲ ਸੀਗਾ ਤੇ ਹਰ ਸਾਲ ਉਸ ਪੂਲ ਤੋਂ ਡਰਾ ਲੈ ਰਹੇ ਸੀਗੇ ਤੇ ਹੁਣ 40,000 ਘਟ ਗਿਆ ਸੀਗਾ ਡਾਊਨ ਟੂ ਅਬਾਊਟ 40,000। 40,000 ਰਹਿ ਗਏ ਸੀਗੇ ਤੇ ਹਰ ਸਾਲ 10,000 15,000 ਜਾਂ ਲਗਭਗ ਇੰਨੇ ਉਹ ਸਿਲੈਕਸ਼ਨ ਕਰ ਰਹੇ ਸੀਗੇ। ਉਹਨਾਂ ਨੇ ਇਹ ਐਲਾਨ ਕੀਤਾ ਵੀ 2026 ਦੇ ਵਿੱਚ ਉਹ ਕੋਈ ਇਨਟੇਕ ਨਹੀਂ ਲੈਣਗੇ, ਕੋਈ ਵੀ ਇਨਟੇਕ ਵੀ ਰਿਡਿਊਸਡ ਇਨਟੇਕ ਵੀ ਨਹੀਂ ਤੇ ਜਿਹੜਾ ਵੀ 40,000 ਹੈਗਾ ਉਹ ਹੁਣ ਰਹੂਗਾ। ਸੋ ਕੋਈ ਨਵੀਂ ਐਪਲੀਕੇਸ਼ਨ ਉਹ ਨਹੀਂ ਲੈਣਗੇ 2026 ਦੇ ਵਿੱਚ ਜੀ। ਸੋ ਜਿਹੜਾ 40,000 ਉਹ ਪਿਆ ਜੀ ਅਜੇ 2020 ਵਾਲਾ ਤੇ ਉਸ ਤੋਂ ਬਾਅਦ ਵੀ ਹੁਣ ਤੱਕ ਬਹੁਤ ਸਾਰੇ ਲੋਕ ਐਲੀਜੀਬਲ ਹੋ ਚੁੱਕੇ ਹੋਣਗੇ ਆਪਣੇ ਪੇਰੈਂਟਸ ਨੂੰ ਸੱਦਣ ਲਈ ਤੇ ਇਹਦਾ ਨੰਬਰ ਫੇਰ 2 ਲੱਖ ਤੇ ਜਾ ਵੜਨਾ। ਹਾਂਜੀ ਬਿਲਕੁਲ। ਹੁਣ ਜਦੋਂ ਦੁਬਾਰਾ ਉਹ ਖੋਲ੍ਹਣਗੇ ਅਗੇਨ ਉਹ ਸਿਸਟਮ ਕੀ ਬਣਾਉਣਗੇ ਸਿਸਟਮ ਲਗਾਤਾਰ ਕਾਫੀ ਅਜੀਬ ਜਿਹਾ ਉਹਨਾਂ ਨੇ ਡਿਫਰੈਂਟ ਵੱਖਰੇ ਉਹਨਾਂ ਨੇ ਅਟੈਂਪਟ ਕੀਤਾ। ਪਹਿਲਾਂ ਉਹਨਾਂ ਨੇ ਕੁਝ ਸਾਲ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਆ ਉਹ ਫਰਸਟ ਕਮ ਫਰਸਟ ਸਰਵ ਜੀ ਤੇ ਉਹ ਵੀ ਉਸ ਟਾਈਮ ਤੇ ਕਈ ਸਾਲ ਪਹਿਲਾਂ ਮੈਨੂੰ ਲੱਗਦਾ ਤੁਸੀਂ ਰੈਡ FM ਦੇ ਜੁੜੇ ਹੋਏ ਸੀਗੇ ਪਰ ਕੁਝ ਸਾਲ ਉਸ ਤੋਂ ਬਾਅਦ ਉਹਨੇ ਕਿਹਾ ਤਾਂ ਵੀ ਠੀਕ ਹੈ ਫਰਸਟ ਇਨ ਫਰਸਟ ਆਊਟ। ਸੋ ਉਹ ਪੇਪਰ ਐਪਲੀਕੇਸ਼ਨ ਸੀਗਾ ਜੀ। ਕਈ ਵਾਰੀ ਕੋਰੀਅਰ ਪਹਿਲਾਂ ਆ ਜਾਂਦਾ ਸੀਗਾ ਬਾਅਦ ਵਿੱਚ ਆ ਜਾਂਦਾ ਸੀਗਾ। ਕੁਝ ਲੋਕ ਉੱਥੇ ਆਪ ਜਾਂਦੇ ਸੀਗੇ ਲਾਈਨ ਅਪ ਵਿੱਚ ਦੇਣ ਵਾਸਤੇ ਜਮ੍ਹਾਂ ਕਰਨ ਵਾਸਤੇ। ਉਸ ਤੋਂ ਬਾਅਦ we've got this online expression of interest ਉਹਨਾਂ ਨੇ ਉਹ ਵੀ ਕੀਤਾ ਵੀ 30 ਦਿਨਾਂ ਦੇ ਵਿੱਚ ਤੇ ਫਿਰ ਰੈਂਡਮ ਸਿਲੈਕਸ਼ਨ। ਫਿਰ ਉਹਨਾਂ ਨੇ ਨਵੀਂ 2020 ਪਿਛਲੇ 5-6 ਸਾਲ ਇਨਟੇਕ ਸੀਗਾ 2020 ਦੇ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਉਹਨਾਂ ਨੇ ਇੰਨੇ ਲਏ ਆ
ਉਸ ਤੋਂ ਬਾਅਦ ਵੀ ਨਹੀਂ ਲਈ। ਕਾਫੀ ਲੋਕੀ ਦੀ ਉਮੀਦ ਸੀਗੀ ਵੀ ਦੁਬਾਰਾ ਖੋਲਣਗੇ, ਨਵੇਂ ਲੋਕਾਂ ਨੂੰ ਵੀ ਮੌਕਾ ਮਿਲੂਗਾ। ਉਹਨਾਂ ਨੇ ਕਦੇ ਕੋਈ ਵੇਟਡ ਡਰਾ ਨਹੀਂ ਕੀਤਾ, ਕਦੇ ਇਹੋ ਜਿਹਾ ਕੋਈ ਸਿਸਟਮ ਨਹੀਂ ਕੀਤਾ ਵੀ ਇੰਨੇ ਚਿਰ ਹੋ ਗਿਆ। ਇਹਨਾਂ ਨੇ ਕੋਸ਼ਿਸ਼ ਕੀਤਾ ਵੀ ਇਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਆਪਾਂ ਕੁਝ ਜ਼ਿਆਦਾ ਵਜ਼ਨ ਲਾਵਾਂਗੇ। So unfortunately the program itself is ਨਿਰਾਸ਼ਾ ਦੀ ਗੱਲ ਰਹੀ ਆ ਕਾਫੀ ਸਾਲਾਂ ਵਾਸਤੇ, 10 ਸਾਲ ਤੋਂ ਉੱਤੇ ਵੀ। ਸੋ ਅਨਫੋਰਚੂਨੇਟਲੀ ਬੈਕਲੌਗ ਬਹੁਤ ਜ਼ਿਆਦਾ ਆ। ਤੇ ਆਈ ਗੈਸ ਅਸੀਂ ਗੱਲ ਕਰ ਰਹੇ ਸੀਗੇ ਇਹਦੇ ਬਾਰੇ ਵੀ ਉਹਨਾਂ ਨੇ ਉਹ ਕਹਿ ਰਹੇ ਵੀ ਬੈਕਲੌਗ ਉਹ ਘਟਾਉਣਾ ਚਾਹੁੰਦੇ ਵੀ ਬਹੁਤ ਸਾਰੇ ਬੈਕਲੌਗ ਹੈਗੇ ਸਿਸਟਮ ਦੇ ਵਿੱਚ, ਮਗਰ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਜ਼ਿਆਦਾ ਬੈਕਲੌਗ ਹੈ ਨਹੀਂ। ਪ੍ਰੋਗਰਾਮ ਜਿਹੜਾ ਵੀ ਉਹਨਾਂ ਨੇ ਹੁਣ ਮੈਨੇਜ ਕੀਤਾ, ਜਿਹੜੇ 5 ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਪੇਰੈਂਟ ਗ੍ਰੈਂਡ ਪੇਰੈਂਟ ਛੇਤੀ ਉਹਨਾਂ ਦੇ ਪ੍ਰੋਸੈਸਿੰਗ ਹੋ ਰਹੇ ਸੀਗੇ ਇਸ ਨਵੇਂ ਸਿਸਟਮ ਦੇ ਵਿੱਚ ਜੋ ਵੀ ਸਿਲੈਕਸ਼ਨ ਆ। ਸੋ ਅਗੇਨ ਬੜੀ ਅਜੀਬ ਜੀ ਗੱਲ ਆ ਵੀ ਉਹਨਾਂ ਨੇ ਰਿਡਕਸ਼ਨ ਕਿਉਂ ਨਹੀਂ ਕੀਤੀ ਵੀ ਠੀਕ ਹੈ ਤੁਸੀਂ 15,000 ਨਾ ਲਾਓ, ਤੁਸੀਂ 7500 ਲੈ ਲਓ, ਤੁਸੀਂ 5000 ਲੈ ਲਓ, ਤੁਸੀਂ 4000 ਲੈ ਲਓ। ਲਾਈਕ ਸੋ ਅਗੇਨ ਨੋ ਰਿਡਕਸ਼ਨ ਹੀਅਰ। ਹੁਣ ਠੀਕ ਹੈ ਉਹ ਕਹਿ ਰਹੇ ਵੀ ਸੁਪਰ ਵੀਜ਼ਾ ਹੈਗਾ, ਸੁਪਰ ਵੀਜ਼ਾ ਆਫ ਕੋਰਸ ਸਾਰਿਆਂ ਨੂੰ ਪਤਾ ਸੁਪਰ ਵੀਜ਼ਾ ਹੈਗਾ, ਪਰ ਸੁਪਰ ਵੀਜ਼ਾ ਪਰਮਨੈਂਟ ਨਹੀਂ ਹੋਊਗਾ ਜੀ। couple of interesting developments here ਸਾਡੇ ਕਮਿਊਨਿਟੀ ਵਾਸਤੇ। ਇੱਕ ਤਾਂ ਜਿਹੜੇ ਐਪਲੀਕੇਸ਼ਨਸ ਆ ਰਹੇ ਆ ਜਿਨ੍ਹਾਂ ਦੇ ਮਾਪੇ ਖਾਸ ਕਰਕੇ ਉਹਨਾਂ ਦੇ ਪਿਓ ਜੋ ਪੰਜਾਬ ਪੁਲਿਸ ਚ ਇੰਡੀਅਨ ਆਰਮੀ ਦੇ ਵਿੱਚ ਉਹਨਾਂ ਕੋਲੇ ਕੋਈ ਨਾ ਕੋਈ ਤਜਰਬਾ ਹੈਗਾ, ਉਹਨਾਂ ਦੀ ਐਪਲੀਕੇਸ਼ਨਸ ਉੱਤੇ ਰੋਕ ਲਾਈ ਜਾਂਦੀ ਹੈ ਤੇ ਸਿਕਿਉਰਿਟੀ ਕੰਸਰਨਸ ਮੈਂਸ਼ਨ ਕਰ ਰਿਹਾ। ਸੋ we've seen that interesting development as well ਵੀ ਜੇ ਪੰਜਾਬ ਪੁਲਿਸ ਦੇ ਵਿੱਚ ਨਾ ਕੋਈ ਤਜਰਬਾ ਹੈਗਾ, ਖਾਸ ਕਰਕੇ late 80s early 1990s ਜੋ ਵੀ ਪੰਜਾਬ ਪੁਲਿਸ ਦੇ ਵਿੱਚ ਐਕਸਪੀਰੀਅੰਸ ਹੈਗਾ ਉੱਥੇ ਸਿਕਿਉਰਿਟੀ ਕੰਸਰਨਸ ਉਹ ਆ ਰਹੇ ਆ। ਐਂਡ ਇੰਡੀਅਨ ਆਰਮੀ ਐਜ਼ ਵੈਲ ਜਿਨ੍ਹਾਂ ਨੇ ਸਰਵਿਸ ਕੀਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਜੀ। So that's an interesting development as well ਤੇ but again ਉਹਨਾਂ ਨੇ ਰਿਡਕਸ਼ਨ ਨਹੀਂ ਕੀਤੀ, ਉਹਨਾਂ ਨੇ ਹਟਾ ਹੀ ਦਿੱਤਾ ਵੀ ਆਪਾਂ ਕੋਈ ਐਪਲੀਕੇਸ਼ਨ ਨਹੀਂ ਲਾਵਾਂਗੇ 2026 ਦੇ ਵਿੱਚ। ਸੁਪਰ ਵੀਜ਼ਾ ਹਜੇ ਹੈਗਾ। ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦਾ ਸੀ ਕਿ ਨਾਗਰ ਸਾਹਿਬ ਇਹਦੇ ਬਾਰੇ ਕੁਝ ਲੋਕ ਸੋਚ ਰਹੇ ਜਾਂ ਮੈਨੂੰ ਵੀ ਉਹ ਕੁਐਸਚਨ ਆ ਰਿਹਾ ਵੀ ਆਪਾਂ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਜਿਹੜਾ ਏਜੰਸੀ ਐਪਲੀਕੇਸ਼ਨ ਅਸੀਂ ਹਿਊਮੈਨਿਟੇਰੀਅਨ ਐਂਡ ਕੰਪੈਸ਼ਨ ਐਪਲੀਕੇਸ਼ਨ ਲਾ ਸਕਦੇ ਹਾਂ ਪੇਰੈਂਟਸ ਵਾਸਤੇ ਕਿ ਨਹੀਂ। ਅਗੇਨ we've done that in the past ਕਿ ਜੇ ਆਪਾਂ ਦਿਖਾ ਸਕਦੇ ਹਾਂ ਵੀ ਕੋਈ ਨਾ ਕੋਈ ਬਿਫਤਾ ਹੈਗੀ ਹੈ ਜਾਂ ਕੋਈ ਨਾ ਕੋਈ ਮੁਸ਼ਕਿਲਤ ਹੈਗੀ ਹੈ ਜਾਂ ਕੋਈ ਨਾ ਕੋਈ ਤਕਲੀਫ ਹੈਗੀ ਹੈ ਵੀ ਸਾਨੂੰ PR ਚਾਹੀਦੀ ਹੈ ਵੀ ਉਹ ਇੱਥੇ ਹੈਗੀ ਹੈ ਤੇ ਆ ਪ੍ਰੋਗਰਾਮ ਆਬਵੀਅਸਲੀ ਫੈਮਿਲੀ ਕਲਾਸ ਦੇ ਜ਼ਰੀਏ ਆਪਾਂ ਨਹੀਂ ਕੁਝ ਕਰ ਸਕਦੇ। ਹਿਊਮੈਨਿਟੇਰੀਅਨ ਐਂਡ ਕੰਪੈਸ਼ਨ ਐਪਲੀਕੇਸ਼ਨ ਉੱਥੇ ਵੀ ਕਾਫੀ ਉਹਨਾਂ ਨੇ ਰਿਡਕਸ਼ਨ ਕਰਤੀ ਹੈ ਤੇ ਉਹਨਾਂ ਦੇ ਵੈਬਸਾਈਟ ਦੇ ਮੁਤਾਬਿਕ ਜਾਂ ਪ੍ਰੋਸੈਸਿੰਗ ਟਾਈਮ ਦੇ ਮੁਤਾਬਿਕ ਉਹ ਕਹਿ ਰਿਹਾ 5-10 ਸਾਲ ਹਿਊਮੈਨਿਟੇਰੀਅਨ ਐਂਡ ਕੰਪੈਸ਼ਨ ਐਪਲੀਕੇਸ਼ਨ ਵਾਸਤੇ। ਸੋ ਉਹ ਵੀ ਚਾਰਾ ਬੰਦ ਹੀ ਲੱਗ ਰਿਹਾ। ਅਗੇਨ ਡਿਪੈਂਡਸ ਔਨ ਦ ਸਿਚੁਏਸ਼ਨ ਬਟ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਵੀ ਠੀਕ ਆ ਆਪਾਂ ਸਪਾਂਸਰ ਨਹੀਂ ਕਰ ਲਈਏ ਵੀ ਆਪਾਂ ਹਿਊਮੈਨਿਟੇਰੀਅਨ ਐਂਡ ਕੰਪੈਸ਼ਨਿਟੀ ਲਾ ਲਈਏ। you have to be very careful here। ਕੋਈ ਖਾਸ ਗੱਲ ਹੋਣੀ ਚਾਹੀਦੀ ਹੈ ਹਿਊਮੈਨਿਟੇਰੀਅਨ ਐਂਡ ਕੰਪੈਸ਼ਨ ਐਪਲੀਕੇਸ਼ਨ ਲੋਨ ਵਾਸਤੇ ਤੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਪ੍ਰੋਸੈਸਿੰਗ ਟਾਈਮਸ ਕਾਫੀ ਵੱਧ ਚੁੱਕਿਆ ਫॉर द ਏਜੰਸੀ ਸਪੈਸੀਫਿਕਲੀ ਜੀ। ਤੇ ਰਾਜ ਜੀ ਤੁਸੀਂ ਕਾਫੀ ਲੰਬੇ ਅਰਸੇ ਤੋਂ ਇਸ ਪ੍ਰੈਕਟਿਸ ਦੇ ਵਿੱਚ ਹੋ। ਕੁਝ ਸਾਲ ਪਹਿਲਾਂ ਤੱਕ ਜਦੋਂ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਬੁਲਾਇਆ ਜਾਂਦਾ ਸੀ ਉਦੋਂ ਕੀ ਪ੍ਰੋਸੀਜਰ ਹੁੰਦਾ ਸੀ, ਉਦੋਂ ਕਿਵੇਂ ਆਉਂਦੇ ਸੀ ਲੋਕ? ਅੰਡਰ ਦਾ ਫਾਰਮਰ ਸੋ ਕੈਨੀ ਸਾਹਿਬ ਤੋਂ ਪਹਿਲਾਂ ਕੈਨੀ ਦੀ ਜਿਹੜੇ ਰਾਜ ਤੋਂ ਪਹਿਲਾਂ 2012 ਤੋਂ ਪਹਿਲਾਂ 2012 ਦੇ ਵਿੱਚ ਆਇਆ ਸੀਗਾ ਸੁਪਰ ਵੀਜ਼ਾ ਜੀ। ਉਸ ਤੋਂ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਸੀਗੇ ਪੇਪਰ ਐਪਲੀਕੇਸ਼ਨ ਪੇਰੈਂਟ ਗ੍ਰੈਂਡ ਪੇਰੈਂਟ ਤੇ ਟਾਈਮ ਲੱਗਦਾ ਸੀਗਾ 5, 6, 7, 8 ਸਾਲ ਲੱਗ ਸਕਦੇ ਸੀਗੇ ਪ੍ਰੋਸੈਸਿੰਗ ਟਾਈਮ ਵਾਸਤੇ ਬਟ ਕੋਈ ਇਹੋ ਜਿਹੀ ਰੁਕਾਵਟ ਨਹੀਂ ਸੀਗੀ। ਤੁਸੀਂ ਅਪਲਾਈ ਕਰੋਗੇ ਐਪਲੀਕੇਸ਼ਨ ਦੇ ਉੱਤੇ ਪ੍ਰੋਸੈਸਿੰਗ ਹੋਊਗਾ ਜੀ। ਅਸੀਂ ਉਹ ਦੇਖਣਗੇ ਵੀ ਠੀਕ ਹੈ ਇਨਕਮ ਬਣਦੀ ਹੈ ਕਿ ਨਹੀਂ ਬਣਦੀ, ਲੋਕੀ ਐਡਮਿਸਿਬਲ ਹੈਗੇ ਆ ਇਨਐਡਮਿਸਿਬਲ ਹੈਗੇ ਆ। ਸੋ ਹਾਰਪਰ ਗਵਰਨਮੈਂਟ ਤੋਂ ਬਾਅਦ 2010 ਤੋਂ ਬਾਅਦ 2010 ਦੇ ਕਰੀਬ ਜਾਂ 2011 ਦੇ ਕਰੀਬ ਉਹਨਾਂ ਨੇ ਬੰਦ ਕਰਤਾ, ਸਸਪੈਂਡ ਕਰਤਾ ਫੈਮਿਲੀ ਪ੍ਰੋਸੈਸਿੰਗ। ਯੈਸ। ਉਸ ਤੋਂ ਬਾਅਦ ਉਹਨਾਂ ਨੇ ਸੁਪਰ ਵੀਜ਼ਾ ਇੰਟਰੋਡਿਊਸ ਕਰਤਾ ਤੇ ਉਸ ਟਾਈਮ ਤੇ ਉਹਨਾਂ ਨੇ ਕਹਿਤਾ ਵੀ ਠੀਕ ਹੈ ਆਪਾਂ 5000 ਲਾਵਾਂਗੇ ਹਰ ਸਾਲ ਤੇ ਉਹ ਫਿਰ 7500 ਹੋ ਗਿਆ ਤੇ ਫਿਰ ਅਗੇਨ ਕੁਝ ਡਿਫਰੈਂਟ iterations ਤੇ again I don't think the Trudeau government ਕੋਈ ਇੰਨੀ ਖਾਸ ਉਹਨਾਂ ਨੇ improvement ਨਹੀਂ ਕੀਤਾ over the old system। I think ਬਹੁਤ ਸਾਰੀ ਲੋਕੀ preferred the old system ਵੀ ਠੀਕ ਆ ਆਪਾਂ apply ਤਾਂ ਆਪਾਂ ਕਰ ਸਕਦੇ ਹਾਂ ਹਾਂਜੀ ਠੀਕ ਹੈ ਕੁਝ ਟਾਈਮ ਲੱਗ ਸਕਦਾ 5, 6, 7 ਸਾਲ ਲੱਗ ਸਕਦੇ ਆ ਬਟ
ਸਾਡਾ ਟਾਈਮ ਆਊਗਾ, ਸਾਡਾ ਆਪਾਂ ਲਾਈਨ ਦੇ ਵਿੱਚ ਖੜੇ ਹਾਂ ਤੇ ਐਪਲੀਕੇਸ਼ਨ ਜਮ੍ਹਾਂ ਹੋ ਚੁੱਕੀ ਆ। ਸੋ that was the old system ਤੇ ਉਹਨਾਂ ਨੇ of course ਕੋਸ਼ਿਸ਼ ਕਰ ਰਿਹਾ to manage their intake ਵੀ ਠੀਕ ਆ, but ਛੇਤੀ and again there's criticisms ਉੱਥੇ ਵੀ ਜਦੋਂ ਜੇ 5 6 7 8 ਸਾਲ ਲੱਗ ਰਹੇ ਸੀਗੇ, again ਲੋਕੀ ਫਿਰ ਬਜ਼ੁਰਗ ਹੋ ਜਾਂਦੇ ਸੀਗੇ, medically inadmissible ਹੋ ਜਾਂਦੇ ਸੀਗੇ, ਕੁਝ ਮਾਪੇ ਤਾਂ ਪੂਰੇ ਹੋ ਜਾਂਦੇ ਸੀਗੇ। So there was the program itself, like I said, ਨਿਰਾਸ਼ਾ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਸ ਪ੍ਰੋਗਰਾਮ ਦੇ ਵਿੱਚ, ਨਿਰਾਸ਼ਾ ਤੇ disappointment। ਤੇ ਇੱਕ ਹੋਰ ਜਿਹੜਾ ਸਟਾਰਟਅਪ ਵੀਜ਼ਾ ਸੀ ਉਹ ਵੀ ਰੋਕ ਦਿੱਤਾ ਗਿਆ ਜੀ। ਸੋ ਹੁਣ ਸਰਕਾਰ ਚਾਹੁੰਦੀ ਨਹੀਂ ਵੀ ਲੋਕ ਆਉਣ ਤੇ ਇੱਥੇ ਆ ਕੇ ਇਨਵੈਸਟ ਕਰਨ। Well, again, investment visa, Canada ਕਦੇ investment visa properly ਨਹੀਂ ਕਰ ਸਕਿਆ, ਕਦੇ ਵੀ ਨਹੀਂ। ਜਦੋਂ ਤੁਸੀਂ ਉਹ ਦੇਖ ਰਹੇ ਸੀਗੇ ਦਾ ਇਨਵੈਸਟਮੈਂਟ ਵੀਜ਼ਾ ਬਹੁਤ ਸਾਲ ਪਹਿਲਾਂ $8 ਲੱਖ ਤੁਸੀਂ ਜਮ੍ਹਾਂ ਕਰੋ ਤੇ ਇਨਵੈਸਟਮੈਂਟ ਵੀਜ਼ਾ ਉਹ ਪੈਸਿਵ ਇਨਵੈਸਟਮੈਂਟ ਸਕੀਮ ਵੇਰੀਅਸ ਸਕੀਮ ਸੀਗੇ। ਕੁਬੈਕ ਨੇ ਵੀ ਇਹ ਪ੍ਰੋਗਰਾਮ ਦਾ ਫਾਇਦਾ ਉਹਨਾਂ ਨੇ ਉਠਾਇਆ ਸੀਗਾ। ਫਿਰ ਉਹਨਾਂ ਨੇ ਵਧਾਤਾ ਸੀਗਾ ਵੀ $1.6 ਮਿਲੀਅਨ, ਉਹ ਵੀ ਉਹਨਾਂ ਨੇ ਬੰਦ ਹੀ ਕਰਤਾ ਕਿਉਂਕਿ ਉਹ ਲੋਕੀ ਆ ਜਾਂਦੇ ਸੀਗੇ, ਮੇ ਬੀ ਉਹਨਾਂ ਦੇ ਬੱਚੇ ਇੱਥੇ ਸਕੂਲ ਜਾ ਰਹੇ ਸੀਗੇ ਤੇ ਆਪ ਉਹ ਜਿਹੜਾ ਵੀ ਪੇਟਰੀਆਰਕ ਜੋ ਵੀ ਫਾਦਰ ਹਸਬੈਂਡ ਜੋ ਵੀ ਉਹ ਵਾਪਸ ਜਾਂਦੇ ਸੀਗੇ ਕੰਮ ਕਰਨ ਵਾਸਤੇ। ਤੇ ਉਹਨਾਂ ਨੇ ਸਟੱਡੀਜ਼ ਕੀਤੇ ਸੀਗੇ ਵੀ ਜਿਹੜੇ ਲਿਵ ਇਨ ਕੇਅਰ ਗਿਵਰਸ ਆ, ਜਿਹੜੇ ਨੈਨੀਜ਼ ਦੇ ਜ਼ਰੀਏ ਉਹ PR ਬਣੇ ਆ, ਉਹ ਜ਼ਿਆਦਾ ਟੈਕਸ ਭਰਦੇ ਸੀਗੇ ਵਰਸਸ ਥੀਸ ਮਲਟੀ ਮਿਲੀਅਨਰਸ ਜਿਹੜੇ ਸਟਾਰਟਅਪ ਵੀਜ਼ਾ ਦਾ ਇਨਵੈਸਟਮੈਂਟ ਵੀਜ਼ਾ ਜਿਹੜੇ ਇਸਤੇਮਾਲ ਕਰ ਰਹੇ ਸੀਗੇ ਜੀ। ਫਿਰ ਉੱਥੇ ਤਬਦੀਲੀ ਹੋਈ। ਦੈਨ ਯੂ ਹੈਡ ਦ ਸਟਾਰਟਅਪ ਵੀਜ਼ਾ। ਇਹ ਸਟਾਰਟਅਪ ਵੀਜ਼ਾ ਵੀ ਇਹਨਾਂ ਦਾ ਬੈਕਲੌਗ ਫਰਸਟ ਆਫ ਆਲ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਾਫੀ ਸਮਾਲ ਪ੍ਰੋਗਰਾਮ ਆ ਜੀ। ਇੱਥੇ ਸਿਰਫ 5000 ਦਾ ਬੈਕਲੌਗ ਹੈ, ਪਰ ਇੱਥੇ ਵੀ 5 ਸਾਲ ਤੋਂ ਉੱਤੇ ਪ੍ਰੋਸੈਸਿੰਗ ਟਾਈਮਸ ਉਹਨਾਂ ਨੇ ਅਨਾਉਂਸ ਕਰਤਾ ਤੇ ਇੱਥੇ ਵੀ ਕਾਫੀ ਅਬਿਊਜ਼, ਕਾਫੀ ਫਰਾਡ, ਕਾਫੀ ਅਜੀਬ ਚੀਜ਼ਾਂ ਹੋ ਰਹੇ ਸੀਗੇ ਕਿ ਅਗੇਨ when you have a program ਲੋਕਾਂ ਕੋਲੇ ਠੀਕ ਆ ਸ਼ਾਇਦ ਪੈਸੇ ਹੋਊਗਾ ਪਰ ਇੰਗਲਿਸ਼ ਨਹੀਂ ਹੈਗਾ, ਹਿਊਮਨ ਕੈਪੀਟਲ ਹੈ ਨਹੀਂ ਉਹਨਾਂ ਕੋਲੇ। ਬਹੁਤ ਸਾਰੇ ਲੋਕਾਂ ਨੇ ਅਪਲਾਈ ਕੀਤਾ ਇਨਕਿਊਬੇਟਰਸ ਤੇ ਪਾਇਲਟਸ ਬਟ ਇਟਸ ਨੈਵਰ ਰੀਅਲੀ ਵਰਕਡ ਤੇ ਉਹਨਾਂ ਵੀ ਅਗੇਨ ਇਹ ਸਟਾਰਟਅਪ ਵੀਜ਼ਾ ਵੀ ਉਹਨਾਂ ਨੇ ਹੁਣ ਬੰਦ ਹੀ ਕਰਤਾ। ਹਾਂ ਜੀ। ਤੇ IRCC ਦਾ ਕਹਿਣਾ ਜੀ ਕਿ 2026 ਤੋਂ 28 ਤੱਕ ਦਾ ਜਿਹੜਾ ਇਮੀਗ੍ਰੇਸ਼ਨ ਲੈਵਲਸ ਹੈਗੇ ਆ ਉਹ ਪਲਾਨ ਕਰ ਰਹੇ ਨੇ ਤੇ ਉਹਦੇ ਵਿੱਚ ਪ੍ਰਾਇਓਰਟਾਈਜ਼ ਕਰ ਰਹੇ ਨੇ ਇਕਨੋਮਿਕ ਇਮੀਗ੍ਰੇਸ਼ਨ ਤਾਂ ਕਿ ਅਸੀਂ ਬੈਸਟ ਟੈਲੈਂਟ ਇਨ ਦਾ ਵਰਲਡ ਅਟਰੈਕਟ ਕਰ ਸਕੀਏ ਤੇ ਲੇਬਰ ਗੈਪ ਜਿਹੜੇ ਨੇ ਹਾਈ ਡਿਮਾਂਡ ਆਕੂਪੇਸ਼ਨਸ ਦੇ ਵਿੱਚ ਪੂਰੇ ਕਰ ਸਕੀਏ। ਸੋ ਇਹ ਕਿਹਨਾਂ ਲੋਕਾਂ ਨੂੰ ਇਹ ਲੱਭ ਰਹੇ ਨੇ ਇੱਥੇ ਲਿਆਉਣ ਵਾਸਤੇ? well ਜੋ ਕੁਛ ਉਹ ਕਹਿ ਰਹੇ ਆ ਉਹ ਰੀਅਲੀ ਉਹ ਹਕੀਕਤ ਵਿੱਚ ਤਾਂ ਨਹੀਂ ਨਜ਼ਰ ਆ ਰਹੀ। ਹੁਣ ਜੇ ਆਪਾਂ ਦੇਖਦੇ ਹਾਂ ਵੀ ਅੱਜ ਕੱਲ੍ਹ ਕੌਣ ਆ ਰਿਹਾ ਹੈ, ਇਟਸ ਦ ਫ੍ਰੈਂਚ ਲੈਂਗੁਏਜ। So the francophone outside Quebec, for example, the massive points ਜਿਹੜੇ French language ਦੇ ਨਾਲ points ਮਿਲ ਰਹੇ express entry ਵਾਸਤੇ। So ਜੇ human capital ਜੇ ਉਹ ਕਹਿੰਦੇ ਵੀ ਆਪਾਂ human capital ਚਾਹੁੰਦੇ ਹਾਂ, human capital ਦਾ ਮਤਲਬ ਆ the best of the best, age, education, language proficiency, work experience। ਮਗਰ ਜਿਹੜੇ French draws ਹੈਗੇ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ CRS scores are in the 300s, ਉਹ ਲਗਭਗ 100 ਤੋਂ point ਘੱਟ for a French draw versus a regular draw. So if they want the best of the best, ਕੋਈ ਜਣਾ ਆ ਸਕਦਾ ਇੰਡੀਆ ਤੋਂ with a master's degree with a brother sister in Canada ਜਿਨ੍ਹਾਂ ਕੋਲੇ ਇੰਗਲਿਸ਼ ਵਧੀਆ ਬੋਲਦੇ ਆ ਤੇ ਤਜਰਬਾ ਵੀ ਹੈਗਾ, work experience ਵੀ ਹੈਗੇ, ਤੇ they're gonna lose out to a mid level ਬੰਦਾ ਜਿਹੜਾ ਫ੍ਰੈਂਚ ਬੋਲ ਸਕਦਾ ਮੋਰੋਕੋ ਤੋਂ ਜਾਂ ਸੈਨੇਗਲ ਤੋਂ ਨਾ। ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਇਹ ਤਾਂ ਕਿਹਾ ਨਹੀਂ ਤੇ ਮੇ ਬੀ ਇਹ ਸ਼ਾਇਦ ਕੋਈ ਕੰਟਰੋਵਰਸ਼ੀਅਲ ਗੱਲ ਹੈਗੀ ਆ, ਬਟ ਮੇਰੇ ਖਿਆਲ ਦੇ ਵਿੱਚ French speaking ਜਿਹੜਾ emphasis ਹੈਗਾ is an informal country cap। ਜਿਹੜੇ Indian, Chinese applicants ਹੈਗੇ ਆ, ਹੋਰ ਵੀ South Asians, I mean again high capital, high human capital applicants ਜਿਹੜੇ ਵੀ ਹੈਗੇ ਆ, but ਜਿਨ੍ਹਾਂ ਕੋਲ English ਹੈ ਨਹੀਂ ਤੇ ਆਮ ਤੌਰ ਤੇ number 1, number 2 is India। So the Indian applicants are at a disadvantage, and all of a sudden you have lower human capital score applicants, but French bol ਸਕਦੇ ਤੇ ਉਹਨਾਂ ਨੂੰ prioritize ਆ ਰਿਹਾ। So again government ਕਹਿ ਰਿਹਾ ਵੀ ਇਹ minority ਜਿਹੜਾ population ਆ ਵੀ
55 ਸਾਲ ਪਹਿਲਾਂ ਫ੍ਰੈਂਕੋਫੋਨੀ ਆਊਟਸਾਈਡ ਆਫ ਕੁਬੈਕ 6% 7% ਪੋਪੂਲੇਸ਼ਨ ਹੈ ਤੇ ਹੁਣ ਉਹ 4% ਹੋ ਗਿਆ ਤੇ ਅਸੀਂ ਉਹਨੂੰ ਵਧਾਉਣਾ ਪੈਣਾ। ਪਰ ਇਹ ਤਾਂ 50 ਸਾਲ ਪਹਿਲਾਂ ਆਈ ਮੀਨ ਅਗੇਨ 50 ਇਅਰਸ ਵੀ ਪਹਿਲਾਂ ਨਹੀਂ ਤੁਹਾਨੂੰ ਇਹ ਖਬਰ ਆਈ, ਪਹਿਲਾਂ ਵੀ ਇਹ ਤੁਹਾਡੇ ਜ਼ਿਹਨ ਵਿੱਚ ਨਹੀਂ ਆਈ ਵੀ ਆਪਾਂ ਫ੍ਰੈਂਚ ਜਾਂ ਫ੍ਰੈਂਕੋਫੋਨ ਵਧਾਉਣਾ ਚਾਹੀਦਾ ਆਊਟਸਾਈਡ ਆਫ ਕੁਬੈਕ। ਸੋ ਅਗੇਨ ਮੇਰੇ ਖਿਆਲ ਵਿੱਚ US ਦੇ ਵਿੱਚ ਕੰਟਰੀ ਕੈਪਸ ਹੈਗੇ ਆ ਵੀ ਇੱਕ ਕੰਟਰੀ ਇੰਨਾ ਪਰਸੈਂਟੇਜ ਤੋਂ ਵੱਧ ਨਹੀਂ ਲੈ ਸਕਦੇ। ਮੈਨੂੰ ਲੱਗਦਾ ਕੈਨੇਡਾ ਚੋਂ ਨਹੀਂ ਕਰ ਸਕਦੇ ਕਿਉਂਕਿ ਅਗੇਨ one country is dominating immigration in Canada and that one country is India. ਮੇਰੇ ਖਿਆਲ ਵਿੱਚ this is a way to increase diversity, i.e. non-Indian applicants. But again, Indians French ਵੀ ਸਿੱਖ ਸਕਦੇ ਇਹਦੇ 'ਚ ਅਸੀਂ ਇਹ ਚੀਜ਼ਾਂ ਦੇ 'ਚ ਅਸੀਂ ਵੀ ਮਾਹਿਰ ਹੈਗੇ ਹਾਂ, ਅਸੀਂ ਵੀ ਸਿੱਖ ਲਾਂਗੇ ਫ੍ਰੈਂਚ ਬੋਲਣਾ। ਸੋ ਜਿਹੜਾ TR to PR ਦੀ ਨਵੀਂ ਇੱਕ ਕੱਲ ਇਨਫੋਰਮੇਸ਼ਨ ਆ ਰਹੀ ਹੈ ਜੀ ਕਿ 33,000 ਲੈਣਗੇ H1B ਵੀਜ਼ਾ US ਤੋਂ ਲਿਆਉਣਗੇ, ਉਹਨਾਂ ਵਾਸਤੇ ਕਿੰਨਾ ਕੁ ਸੌਖਾ ਹੈ ਜੀ ਇਹ ਕੀਤਾ ਜਾ ਰਿਹਾ, ਕਿੰਨਾ ਕੁ ਵਾਇਬਲ ਹੈ ਪਲਾਨ? ਹਾਂਜੀ, ਅਸੀਂ ਗੱਲ ਕਰ ਰਹੇ ਸੀ ਕਿ ਇਹ ਨਵੀਂ ਗੱਲ ਨਹੀਂ ਹੈਗੀ, ਕੁਛ ਮਹੀਨੇ ਪਹਿਲਾਂ ਇਹਨਾਂ ਦਾ ਓਵਰਆਲ ਲੈਵਲਸ ਪਲਾਨ ਜਿਹੜਾ ਮੈਨੂੰ ਲੱਗਦਾ ਉਹ ਸਪਟੈਂਬਰ ਅਕਤੂਬਰ ਨਵੰਬਰ ਦੇ 'ਚ ਉਹਨੇ ਐਲਾਨ ਕੀਤਾ ਸੀਗਾ, ਇਹ ਉਹਦੇ ਵਿੱਚ ਸੀਗਾ ਉਸ ਟਾਈਮ ਤੇ ਵੀ। ਪਰ 33,000 ਬਹੁਤ ਘੱਟ ਐਪਲੀਕੈਂਟਸ ਆ, ਬਹੁਤ the numbers are very low. ਸਾਨੂੰ ਇਹ ਵੀ ਨਹੀਂ ਪਤਾ ਵੀ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈਗਾ। ਹਾਂਜੀ, ਹਜੇ ਤਾਂ ਨਹੀਂ ਪਤਾ। ਅਗਰ ਮੈਨੂੰ ਸ਼ੱਕ ਇਹ ਆ ਵੀ ਇਹਨਾਂ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਜੋ ਵੀ ਹੋਊਗਾ 33,000 ਵਾਸਤੇ, ਇਹ ਸਾਡੇ ਜਿਹੜੇ ਟਿਪੀਕਲ ਐਪਲੀਕੈਂਟਸ ਜਿਹੜੇ ਵੀ ਹੈਗੇ ਉਹਨਾਂ ਕੋਲੇ ਨੌਨ ਡਿਮਾਂਡ ਆਕੂਪੇਸ਼ਨਸ ਵਿੱਚ ਜਿਹੜੇ ਕੰਮ ਕਰ ਰਹੇ ਆ, ਤੁਸੀਂ ਇੱਥੇ ਆਏ ਹੋ, ਤੁਸੀਂ ਪੜ੍ਹ ਚੁੱਕੇ ਹੋ, ਪੋਸਟ ਗ੍ਰੈਡ ਵਰਕ ਪਰਮਿਟ ਤੁਹਾਡੇ ਕੋਲ ਹੈਗਾ, ਤੁਸੀਂ ਕੰਮ ਕਰ ਰਹੇ ਹੋ ਰੀਟੇਲ ਸੈਕਟਰ ਦੇ ਵਿੱਚ ਜਾਂ ਹਸਪਿਟੈਲਿਟੀ ਸੈਕਟਰ ਦੇ ਵਿੱਚ ਜਾਂ ਐਡਮਿਨਿਸਟ੍ਰੇਟਿਵ ਸੈਕਟਰ ਦੇ ਵਿੱਚ, ਇੱਥੇ ਮੇਰੇ ਖਿਆਲ ਦੇ 'ਚ ਇੱਥੇ ਸਿਲੈਕਸ਼ਨ ਨਹੀਂ ਹੋਊਗਾ ਕਿ ਉਹ ਉੱਥੇ ਐਪਲੀਕੈਂਟਸ ਬਹੁਤ ਜ਼ਿਆਦਾ ਆ। ਜੋ ਵੀ ਇਹ 33,000 ਹੋਊਗਾ ਇਟ ਵਿਲ ਬੀ ਮੇਰੇ ਖਿਆਲ ਦੇ 'ਚ ਹਾਈ ਡਿਮਾਂਡ ਸੈਕਟਰ, ਜਿਹੜਾ ਸਾਨੂੰ ਹਜੇ ਤੱਕ ਉਹਨਾਂ ਨੇ ਤਾਂ ਦੱਸਿਆ ਤਾਂ ਹੈ ਨਹੀਂ, ਬਟ ਸ਼ਾਇਦ ਟੈਕ, ਹੈਲਥ ਕੇਅਰ, ਟ੍ਰੇਡਸ. So again, a category, it's basically a category-based draw outside of express entry, ਮੇਰੇ ਖਿਆਲ ਦੇ ਵਿੱਚ. But again, ਜੋ ਵੀ TR to PR pathway ਆਪਾਂ ਪਹਿਲਾਂ ਦੇਖਿਆ ਸੀਗਾ under COVID regime, ਉਵੇਂ ਤਾਂ ਨਹੀਂ ਹੋਊਗਾ ਵੀ ਠੀਕ ਹੈ ਤੁਸੀਂ 6 ਮਹੀਨੇ ਕੰਮ ਕਰ ਰਹੇ ਹੋ ਜਾਂ ਤੁਸੀਂ ਤੁਹਾਡੇ ਕੋਲ IELTS score, you have a basic IELTS score ਤੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਜਾਂ ਜੋ ਵੀ, ਇਵੇਂ ਤਾਂ ਨਹੀਂ ਹੋਊਗਾ। ਸੋ ਆਈ ਨੋ ਆਪਣਾ ਟਾਈਮ ਥੋੜ੍ਹਾ ਜਿਹਾ, ਇੱਕ ਸਵਾਲ ਹੋ ਰਿਹਾ ਜੀ ਕਿ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਸੀ, ਉਹਨਾਂ ਨੇ ਰੈਫਿਊਜੀ ਕੇਸ ਲਾ ਦਿੱਤਾ ਸੀ ਤੇ ਅੱਗੋਂ ਹੁਣ ਲੰਬਾ ਚੌੜਾ ਟਾਈਮ ਹੈ, ਜਿਹੜੇ 33,000 ਇਹ ਕਹਿ ਰਹੇ ਆ ਉਹਨਾਂ ਵਿੱਚ ਉਹਨਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਜਿਹੜੇ ਰੈਫਿਊਜੀ ਬਣ ਗਏ? ਉਹ ਕਹਿ ਰਹੇ ਸੀਗੇ there is something along that line ਵੀ ਉਹ ਵੱਖਰਾ ਹੈਗਾ। ਤੁਹਾਨੂੰ ਯਾਦ ਹੈ ਕੁਛ ਉਹ ਰੌਲਾ ਪਾਈ ਜਾਂਦੇ ਸੀਗੇ ਵੀ ਇਹਨਾਂ ਨੇ ਕਿਹਾ ਵੀ ਇਹ ਘਟਾਉਣਗੇ, ਪਰ ਇਹਨਾਂ ਕੋਲੇ one time 1 ਲੱਖ ਦੇ ਨੇੜੇ ਤੇੜੇ ਪ੍ਰੋਸੈਸਿੰਗ, ਉਹ ਉੱਥੇ ਜਿਹੜੇ ਵੀ ਰੈਫਿਊਜੀ ਕਲੇਮਸ ਉਹ ਜਿੱਤ ਚੁੱਕੇ ਆ, ਪ੍ਰੋਟੈਕਟਡ ਪਰਸਨਸ ਹੈਗੇ ਆ ਤੇ ਉਹਨਾਂ ਦਾ ਪ੍ਰੋਸੈਸਿੰਗ ਟਾਈਮਸ ਕਾਫੀ ਲੰਬਾ। ਉਹ ਕਹਿ ਰਹੇ ਵੀ ਆਪਾਂ ਉਹਨਾਂ ਦਾ ਹੁਣ ਆਪਾਂ ਇਨਕਲੂਡ ਕਰਾਂਗੇ ਅਗਲੇ 2 ਸਾਲਾਂ ਦੇ ਵਿੱਚ। ਸੋ ਉਹ ਲਿਟਲ ਬਿਟ ਡਿਫਰੈਂਟ। ਆਪਾਂ ਫਿਰ ਵੀ ਰਾਈਟ ਨਾਓ ਆਪਾਂ ਇਕਨੋਮਿਕ ਕਲਾਸ ਦੀ ਗੱਲ ਕਰ ਰਹੇ ਹਾਂ। ਨਾਗਰ ਸਾਹਿਬ, ਤੁਸੀਂ ਗੱਲ ਕਰ ਰਹੇ ਸੀਗੇ ਦਿਸ accelerated pathway for H1B holder. Yes, ਹਾਂਜੀ। ਇਹ ਪਰ ਮੈਂ ਥੋੜਾ ਜਿਹਾ ਇੱਥੇ ਗੱਲ ਕਰਨਾ ਚਾਹੁੰਦਾ ਸੀਗਾ ਕਿਉਂਕਿ ਅਗੇਨ ਇਹ ਪਹਿਲਾਂ ਕਰ ਚੁੱਕੇ ਸੀਗੇ। 2023 ਦੀ ਜਿਹੜੀ ਪਾਇਲਟ ਆ ਸਿਰਫ 1200, only 1200. These are very small programs. ਦੂਸਰੀ ਗੱਲ ਆ, ਸਾਨੂੰ ਇਹ ਵੀ ਪਤਾ, ਉਹਨਾਂ ਨੇ ਇਹ ਵੀ ਕਿਹਾ ਵੀ ਰੀਮਾਈਗ੍ਰੇਸ਼ਨ, ਸਾਰੇ ਜਣੇ ਕਹਿ ਰਹੇ ਵੀ ਲੋਕੀ ਵਾਪਸ ਜਾ ਰਹੇ ਆ ਜਾਂ they're moving onward. Now this is interesting. ਜਿਨ੍ਹਾਂ ਕੋਲੇ ਹਾਈ ਕੈਪੀਟਲ ਸਕੋਰਸ ਹੈਗੇ ਆ, ਲੋਕੀ ਹੁਣ ਵੀ ਸਟੈਟਸ ਲੈਂਦੇ ਆ ਕੈਨੇਡਾ 'ਚ ਤੇ ਫਿਰ they're moving on to greener pastures, whether that's Dubai or even the US or even Australia or other countries like this as well. So again, ਤੁਸੀਂ ਕਰ ਸਕਦੇ ਹੋ ਵੀ ਠੀਕ ਆ ਆਪਾਂ H1B ਲੈ ਲਾਂਗੇ, but ਉਹ H1B ਜਿਹੜਾ ਇੱਥੇ ਕਮਾ ਸਕਦਾ 6 figures, ਲੱਖ ਤੋਂ ਜ਼ਿਆਦਾ ਕਮਾ ਸਕਦੇ ਆ, ਕੈਨੇਡੀਅਨ ਪਾਸਪੋਰਟ ਤੋਂ ਬਾਅਦ ਇਹ ਲੋਕੀ ਰਹਿਣਗੇ ਇੱਥੇ ਕਿ ਨਹੀਂ ਰਹਿਣਗੇ? ਸੋ ਵਾਟ ਕੈਨ ਵੀ ਐਕਸਪੈਕਟ 2026 ਵਿੱਚ ਕੀ ਹੋਏਗਾ?
गर्दिश ਦਾ I think 2026 ਮੁਸ਼ਕਿਲ ਹੋਊਗਾ ਮੇਰੇ ਖਿਆਲ ਦੇ ਵਿੱਚ 2027 ਜੇ ਤੁਹਾਡੇ ਕੋਲੇ ਵਰਕ ਪਰਮਿਟ ਹੈਗਾ 2027 ਤੱਕ ਜਾਂ 2028 ਤੱਕ ਤੁਹਾਡੇ ਵਾਸਤੇ ਕੁਝ ਉਮੀਦ ਹੈਗੀ ਹੈ ਕਾਮਯਾਬੀ ਦੀ ਉਮੀਦ ਹੋਗੀ ਜੇ ਤੁਹਾਡਾ ਸਟੇਟਸ ਇੱਥੇ 2026 ਦੇ ਵਿੱਚ ਐਕਸਪਾਇਰ ਹੋ ਰਿਹਾ ਇਹ ਮੁਸ਼ਕਿਲ ਹੋਗਾ ਕਿਉਂਕਿ ਵਰਕ ਪਰਮਿਟ ਐਕਸਟੈਂਸ਼ਨ ਬਹੁਤ ਮੁਸ਼ਕਿਲ ਹੋਗਾ LMIA ਵੀ ਮੁਸ਼ਕਿਲ ਨਾਲ ਮਿਲ ਰਿਹਾ ਜਾਂ ਨਾਮੁਮਕਿਨ in some cases to get the LMIA so ਫਿਲਹਾਲ 2026 ਇਹ ਮੁਸ਼ਕਿਲ ਘੜੀ ਆ ਕਾਫੀ ਲੋਕਾਂ ਵਾਸਤੇ ਜੀ ਰਾਜ ਜੀ ਤੁਹਾਡਾ ਬਹੁਤ ਧੰਨਵਾਦ for giving us time thank you very much for joining us Nagar Saab, a pleasure always. Thank you. thank you